ਸਤਨਾਮ। ਵਾਹਿਗੁਰੂ ਸਾਹਿਬ ਜੀਓ। ਲੋਭ ਲਹਿਰ ਅਤ ਨੀਜਰ ਬਾਜੈ, ਕਾਇਆ ਡੁਬੈ ਕੇਸਵਾ। ਸੰਸਾਰ ਸਮੁੰਦੇ ਤਾਰ ਗੋਬਿੰਦੇ, ਤਾਰ ਲੈ ਬਾਪ ਬੀਠੁਲਾ। ਪੈ ਕਾਹੂ ਕਉ ਦੇਤ ਨਹਿ, ਨਹਿ ਪੈ ਮਾਨ ਧਿਆਨ। ਕਹੋ ਨਾਨਕ ਸੁਨ ਰੇ ਮਨਾ, ਗਿਆਨੀ ਤਾਹੇ ਬਖਾਨ। ਕਹੋ ਨਾਨਕ ਸੁਨ ਰੇ ਮਨਾ, ਗਿਆਨੀ ਤਾਹੇ ਬਖਾਨ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ, ਰੂਹਾਨੀਅਤ ਦੇ ਮੁਜੱਸਮੇ, ਸੁੱਖਾਂ ਦੇ ਸਾਗਰ, ਦਇਆ ਦੇ ਖਜ਼ਾਨੇ, ਪਰਮ ਕਿਰਪਾਲੂ ਪਾਤਸ਼ਾਹ, ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦਾ ਆਨੰਦ ਮਾਣ ਰਹੀ ਗੁਰੂ ਸਾਜੀ ਨਿਵਾਜੀ ਸਾਧ ਸੰਗਤ ਜੀ, ਸਤਿਗੁਰਾਂ ਦੀ ਅਪਾਰ ਕਿਰਪਾ ਮਿਹਰਾਮਤ ਸਦਕਾ ਪਾਵਨ ਹਜ਼ੂਰੀ ਵਿੱਚ ਸੱਜ ਕੇ ਖਸਮ ਕੀ ਬਾਣੀ ਦੇ ਰਸ ਪਿੰਨੇ ਕੀਰਤਨ ਸਰਵਣ ਕੀਤੇ। ਆਓ ਸਾਧ ਸੰਗਤ, ਜਿੱਥੇ ਕੀਰਤਨ ਦੇ ਵਿੱਚ ਬੜੇ ਪਿਆਰ ਦੇ ਨਾਲ ਹਾਜ਼ਰੀ ਲਵਾਈ ਹੈ, ਉੱਥੇ ਕੁਝ ਕੁ ਸਮਾਂ ਨਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਪਾਵਨ ਸਲੋਕਾਂ ਦੀ ਵਿਚਾਰ ਦੀ ਲੜੀ ਨੂੰ ਅਗਾਂਹ ਤੋਰਦਿਆਂ ਹੋਇਆਂ, ਜੋ ਅੱਜ 16ਵਾਂ ਸਲੋਕ, ਭੈ ਕਾਹੂ ਕਉ ਦੇਤ ਨਹਿ, ਨਹਿ ਭੈ ਮਾਨਤ ਆਨ। ਕਹੋ ਨਾਨਕ ਸੁਨ ਰੇ ਮਨਾ, ਗਿਆਨੀ ਤਾਹੇ ਬਖਾਨ। ਇਸ ਪਾਵਨ ਸਲੋਕ ਦੀ ਵਿਚਾਰ ਦੇ ਵਿੱਚ ਜੁੜਨ ਦਾ ਯਤਨ ਕਰੀਏ। ਵਿਚਾਰਾਂ ਦੀ ਪ੍ਰਾਰੰਭਤਾ ਤੋਂ ਪਹਿਲਾਂ ਆਓ ਦਸਮ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੁਆਰਾ ਬਖਸ਼ਿਸ਼ ਕੀਤੀ ਹੋਈ ਫਤਿਹ ਦੀ ਸਾਂਝ ਪਾਈਏ। ਸਾਰੇ ਹੀ ਪਿਆਰ ਸਤਿਕਾਰ ਨਾਲ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਨੇ ਇਸ ਪਾਵਨ ਸਲੋਕ ਦੇ ਵਿੱਚ ਸਮਝਾਇਆ ਹੈ, ਕਹਿੰਦੇ ਭੈ ਕਾਹੂ ਕਉ ਦੇਤ ਨਹਿ, ਨਹਿ ਭੈ ਮਾਨਤ ਆਨ। ਅਸਲ ਦੇ ਵਿੱਚ ਨਾ, ਜੇਕਰ ਗੌਰ ਦੇ ਨਾਲ ਦੇਖੀਏ ਤਾਂ ਸਤਿਗੁਰੂ ਜੀ ਇਸ ਪਾਵਨ ਸਲੋਕ ਦੇ ਵਿੱਚ ਗਿਆਨੀ, ਗਿਆਨੀ ਲਫ਼ਜ਼ ਆਮ ਹੀ ਅਸੀਂ ਯੂਜ਼ ਕਰਦੇ ਹਾਂ, ਸੁਣਦੇ ਵੀ ਹਾਂ। ਜਿਹੜੇ ਗੁਰੂ ਘਰ ਦੇ ਵਿੱਚ ਸੇਵਾ ਨਿਭਾਉਣ ਵਾਲੇ ਗ੍ਰੰਥੀ ਸਾਹਿਬਾਨ ਜਾਂ ਰਾਗੀ ਸਾਹਿਬਾਨ ਨੇ, ਉਹਨਾਂ ਨੂੰ ਸਤਿਕਾਰ ਵਜੋਂ ਅਸੀਂ ਗਿਆਨੀ ਕਹਿ ਕੇ ਪੁਕਾਰਦੇ ਹਾਂ, ਗਿਆਨੀ ਜੀ। ਪਰ ਅਸਲ ਦੇ ਵਿੱਚ ਗਿਆਨੀ ਕਿਹਾ ਕਿਸ ਨੂੰ ਜਾਂਦਾ ਹੈ, ਉਹਦੀ ਡੈਫੀਨੇਸ਼ਨ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਦਿੰਦੇ ਪਏ ਨੇ। ਸਤਿਗੁਰੂ ਜੀ ਕਹਿੰਦੇ ਅਸਲ ਦੇ ਵਿੱਚ ਗਿਆਨੀ ਉਹ ਹੈ, ਅਸਲੀ ਸਮਝ ਵਾਲਾ ਉਹ ਹੈ, ਜਿਹੜਾ ਭੈ ਕਾਹੂ ਕਉ ਦੇਤ ਨਹਿ,
ਕਿਸੇ ਨੂੰ ਡਰਾਉਂਦਾ ਨਹੀਂ। ਨਹਿ ਭੈ ਮਾਨਤ ਆਣ। ਆਣ ਦਾ ਮਤਲਬ ਹੁੰਦਾ ਹੈ ਕਿਸੇ ਦੂਜੇ ਦਾ, ਕਿਸੇ ਹੋਰ ਦਾ। ਆਪ ਉਹ ਕਿਸੇ ਨੂੰ ਡਰਾਉਂਦਾ ਨਹੀਂ ਹੈ ਤੇ ਕਿਸੇ ਦੂਜੇ ਦਾ ਡਰ ਉਹ ਸਵੀਕਾਰ ਨਹੀਂ ਕਰਦਾ, ਕਿਸੇ ਕੋਲੋਂ ਡਰਦਾ ਨਹੀਂ। ਤੇ ਜਿਹੜਾ ਐਸਾ ਇਨਸਾਨ ਹੈ, ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ, ਕਹੋ ਨਾਨਕ ਸੁਣ ਰੇ ਮਨਾ, ਹੇ ਮੇਰਿਆ ਮਨਾ ਸੁਣ। ਇਹ ਹੈ ਅਸਲੀ ਗਿਆਨੀ। ਗਿਆਨੀ ਤਾਹੇ ਬਖਾਣ, ਉਸ ਨੂੰ ਹੀ ਗਿਆਨੀ ਕਿਹਾ ਜਾਏਗਾ, ਗਿਆਨੀ ਬੁਲਾਇਆ ਜਾਏਗਾ, ਜਿਹੜਾ ਨਾ ਕਿਸੇ ਕੋਲੋਂ ਡਰਦਾ ਹੈ ਤੇ ਨਾ ਕਿਸੇ ਨੂੰ ਡਰਾਉਂਦਾ ਹੈ। ਸਾਧ ਸੰਗਤ ਖਿਆਲ ਕਰਿਓ, ਸੰਸਾਰ ਦੇ ਵਿੱਚ ਦੋ ਪ੍ਰਕਾਰ ਦੇ ਡਰ ਨੇ। There is two type of fear, ਦੋ ਤਰ੍ਹਾਂ ਦੇ ਡਰ ਨੇ। ਇੱਕ ਨੂੰ ਕਿਹਾ ਜਾਂਦਾ ਹੈ ਜੀ ਸੰਸਾਰੀ ਡਰ, ਇੱਕ ਹੈ ਨਿਰੰਕਾਰੀ ਡਰ। ਸੰਸਾਰੀ ਡਰ ਦਾ ਮਤਲਬ ਹੈ ਸੰਸਾਰ ਦੇ ਵਿੱਚ ਜਿਤਨੇ ਵੀ ਜੀਵ ਪੈਦਾ ਕੀਤੇ ਨੇ ਪ੍ਰਮਾਤਮਾ ਨੇ, ਹਰ ਇੱਕ ਜੀਵ ਕਿਸੇ ਨਾ ਕਿਸੇ ਕੋਲੋਂ ਡਰਦਾ ਹੈ। ਇਸ ਸੰਸਾਰੀ ਡਰ ਦੇ ਵਰਲਡਲੀ ਫੀਅਰ ਜਿਹੜਾ ਹੈ, ਇਹਦੇ ਰੀਜ਼ਨ ਕਈ ਨੇ। ਮੇਨ ਤੌਰ ਤੇ ਡਰ ਦੋ ਤਰ੍ਹਾਂ ਦਾ ਹੈ, ਪਰ ਜਿਹੜਾ ਸੰਸਾਰੀ ਡਰ ਹੈ, ਇਸ ਸੰਸਾਰੀ ਡਰ ਦੇ ਰੀਜ਼ਨਸ ਕਈ ਨੇ। ਇੱਕ ਬੱਚਾ ਆਪਣੇ ਮਾਤਾ ਪਿਤਾ ਕੋਲੋਂ ਡਰ ਰਿਹਾ ਹੈ, ਉਹੀ ਬੱਚਾ ਆਪਣੇ ਟੀਚਰ ਕੋਲੋਂ ਵੀ ਡਰਦਾ ਹੈ। ਕੋਈ ਪਤਨੀ ਆਪਣੇ ਪਤੀ ਕੋਲੋਂ ਡਰਦੀ ਹੈ, ਪਤੀ ਆਪਣੀ ਪਤਨੀ ਕੋਲੋਂ ਡਰਦਾ ਹੈ। ਕੋਈ ਮਿੱਤਰ ਦੂਸਰੇ ਮਿੱਤਰ ਕੋਲੋਂ ਡਰਦਾ ਹੈ। ਕੋਈ ਗਰੀਬ ਜਿਹੜਾ ਹੈ ਉਹ ਅਮੀਰ ਦੇ ਕੋਲੋਂ ਡਰ ਰਿਹਾ ਹੈ। ਆਮ ਬੰਦਾ ਪੋਲੀਟੀਸ਼ੀਅਨ ਦੇ ਕੋਲੋਂ ਡਰ ਰਿਹਾ। ਸੋ ਡਰ ਦੇ ਰੀਜ਼ਨਸ ਕਈ ਨੇ। ਦੁਨੀਆ ਦੇ ਵਿੱਚ ਤਕਰੀਬਨ ਮੋਸਟਲੀ ਹਰ ਇੱਕ ਇਨਸਾਨ ਕਿਸੇ ਨਾ ਕਿਸੇ ਡਰ ਦੇ ਵਿੱਚ ਗਰਸਿਆ ਪਿਆ ਹੈ, ਫਸਿਆ ਪਿਆ ਹੈ। ਐਸਾ ਦੁਨੀਆ ਦੇ ਵਿੱਚ ਇਨਸਾਨ ਕੋਈ ਨਹੀਂ ਜਿਹੜਾ ਇਹ ਕਹਿ ਦਵੇ ਕਿ ਮੈਂ ਕਿਸੇ ਕੋਲੋਂ ਡਰਦਾ ਨਹੀਂ। ਸੰਸਾਰੀ ਤੌਰ ਤੇ ਉਸ ਇਨਸਾਨ ਨੂੰ ਛੱਡ ਕੇ, ਉਸ ਗੁਰਮੁਖ ਪਿਆਰੇ ਨੂੰ ਛੱਡ ਕੇ ਜਿਹੜਾ ਰੱਬ ਦੇ ਨਾਲ ਜੁੜਿਆ ਹੋਇਆ ਹੈ, ਉਸ ਤੋਂ ਇਲਾਵਾ ਦੁਨੀਆ ਦੇ ਵਿੱਚ ਐਸਾ ਕੋਈ ਵੀ ਇਨਸਾਨ ਨਹੀਂ ਜਿਹੜਾ ਇਹ ਕਹਿ ਦਵੇ ਕਿ ਮੈਂ ਕਿਸੇ ਕੋਲੋਂ ਡਰਦਾ ਨਹੀਂ। ਹਰ ਇੱਕ ਇਨਸਾਨ ਡਰ ਰਿਹਾ ਹੈ। ਕਿਸੇ ਨੂੰ ਇਹ ਡਰ ਹੈ ਕਿ ਜਿਹੜਾ ਮੈਂ ਬਿਜ਼ਨਸ ਸਟਾਰਟ ਕੀਤਾ ਹੈ, ਕਿਤੇ ਐਸਾ ਨਾ ਹੋਵੇ ਮੇਰੇ ਇਸ ਬਿਜ਼ਨਸ ਦੇ ਵਿੱਚ ਲਾਸ ਹੋ ਜਾਏ, ਇਹ ਵੀ ਡਰ ਹੈ। ਕੋਈ ਇਨਸਾਨ ਕਿਤੇ ਸਫ਼ਰ ਵਾਸਤੇ ਘਰੋਂ ਚੱਲਣ ਲੱਗਾ ਹੈ, ਉਸ ਨੂੰ ਇਹ ਵੀ ਡਰ ਹੈ ਕਿ ਕਿਤੇ ਐਸਾ ਨਾ ਹੋਵੇ ਕਿ ਰਸਤੇ ਵਿੱਚ ਜਾਂਦਿਆਂ ਕੋਈ ਦੁਰਘਟਨਾ, ਕੋਈ ਐਕਸੀਡੈਂਟ ਹੋ ਜਾਏ ਤੇ ਮੇਰੀ ਜਿਹੜੀ ਯਾਤਰਾ ਹੈ, ਜੀਵਨ ਯਾਤਰਾ ਜਿਹੜੀ ਹੈ, ਉਹ ਵੀ ਸਮਾਪਤ ਹੋ ਜਾਵੇ, ਇਹ ਵੀ ਡਰ ਹੈ। ਛੋਟੇ ਛੋਟੇ ਡਰ ਅਨੇਕਾਂ ਹੀ ਨੇ ਇਸ ਦੁਨੀਆ ਦੇ ਵਿੱਚ। ਪਰ ਸਾਧ ਸੰਗਤ ਖਿਆਲ ਕਰਿਓ, ਸਭ ਤੋਂ ਵੱਡਾ ਜਿਹੜਾ ਡਰ ਇਸ ਦੁਨੀਆ ਦੇ ਵਿੱਚ ਹੈ, ਉਹ ਹੈ ਮੌਤ ਦਾ। ਇਸ ਮੌਤ ਦੇ ਡਰ ਦੇ ਕੋਲੋਂ ਹਰ ਇੱਕ ਇਨਸਾਨ ਡਰਦਾ ਪਿਆ ਹੈ। ਹੋ ਸਕਦਾ ਹੈ ਕਿ ਜਿਹੜਾ ਇੱਕ ਇਨਸਾਨ ਦੂਜੇ ਦੇ ਕੋਲੋਂ ਡਰ ਰਿਹਾ ਹੈ, ਇਹ ਵੀ ਸੰਭਵ ਹੈ, ਇਹ ਵੀ ਪੋਸੀਬਲ ਹੈ ਕਿ ਉਸ ਇਨਸਾਨ ਦੇ ਕੋਲੋਂ ਕੋਈ ਤੀਸਰਾ ਨਾ ਡਰਦਾ ਹੋਵੇ। ਅੱਜ ਕੋਈ ਲੀਡਰ ਹੈ, ਉਸ ਲੀਡਰ ਦੇ ਕੋਲੋਂ ਉਹਦੇ ਇਲਾਕੇ ਦੇ ਲੋਕ ਡਰਦੇ ਪਏ ਨੇ, ਪਰ ਐਸਾ ਨਹੀਂ ਹੋ ਸਕਦਾ ਕਿ ਸਾਰਾ ਮੁਲਕ, ਸਾਰਾ ਦੇਸ਼ ਜਾਂ ਸਾਰਾ ਸੰਸਾਰ ਹੀ ਉਸ ਲੀਡਰ ਦੇ ਕੋਲੋਂ ਡਰਦਾ ਹੋਵੇ। ਪਰ ਮੌਤ ਇੱਕ ਐਸੀ ਹੈ ਜਿਸ ਦੇ ਕੋਲੋਂ ਦੁਨੀਆ ਦਾ ਹਰ ਇੱਕ ਇਨਸਾਨ ਡਰਦਾ ਹੈ। ਇਸੇ ਕਰਕੇ ਹੀ ਸਤਿਗੁਰਾਂ ਨੇ ਬਾਣੀ ਦੇ ਵਿੱਚ ਬੜੇ ਪਿਆਰੇ ਬਚਨ ਕਹੇ। ਪਾਤਸ਼ਾਹ ਜੀ ਕਹਿੰਦੇ, ਭੈ ਮਰਬੇ ਕੋ ਬਿਸਰਤ ਨਾਹਨ। ਭੈ ਦਾ ਮਤਲਬ ਹੁੰਦਾ ਜੀ ਡਰ। ਮਰਬੇ ਕੋ ਦਾ ਮਤਲਬ ਹੈ ਜਦੋਂ ਮੇਰੇ ਮਨ ਦੇ ਵਿੱਚ ਜਾਂ ਮੇਰੀ ਸੋਚ ਦੇ ਵਿੱਚ ਇਹ ਖਿਆਲ ਆਉਂਦਾ ਨਾ ਕਿ ਇੱਕ ਨਾ ਇੱਕ ਦਿਨ ਮੈਂ ਇਸ ਦੁਨੀਆ ਤੋਂ ਚਲੇ ਜਾਣਾ ਹੈ, ਮੇਰੀ ਮੌਤ ਹੋ ਜਾਣੀ ਹੈ, ਸਤਿਗੁਰੂ ਜੀ ਕਹਿੰਦੇ ਇਹ ਖਿਆਲ ਆਉਂਦਿਆਂ ਹੀ ਮੈਂ ਡਰ ਜਾਣਾ। ਭੈ ਮਰਬੇ ਕੋ ਬਿਸਰਤ ਨਾਹਨ, ਤੇਹ ਚਿੰਤਾ ਤਨ ਜਾਰਾ। ਬਸ ਇਸੇ ਚਿੰਤਾ ਦੇ ਵਿੱਚ ਜਿਹੜਾ ਸਰੀਰ ਹੈ ਨਾ, ਉਹ ਕਮਜ਼ੋਰ ਹੋਈ ਜਾ ਰਿਹਾ ਹੈ, ਵੀਕ ਹੋਈ ਜਾ ਰਿਹਾ ਹੈ ਕਿ ਇੱਕ ਦਿਨ ਮਰ ਜਾਣਾ ਹੈ। ਮੌਤ ਦਾ ਡਰ ਬੜਾ ਭਿਆਨਕ ਹੈ। ਕਿਤੇ ਯਾਦ ਕਰਿਓ, ਆਨੰਦਗੜ੍ਹ ਦਾ ਕਿਲਾ, ਆਨੰਦਪੁਰ ਸਾਹਿਬ ਦੀ ਧਰਤੀ ਹੈ। ਆਨੰਦਪੁਰ ਦੀ ਧਰਤੀ ਦੇ ਉੱਤੇ ਕਿਲਾ ਹੈ ਆਨੰਦਗੜ੍ਹ। ਤੇ ਜੇਕਰ ਆਪਾਂ ਪ੍ਰਿੰਸੀਪਲ ਸਤਵੀਰ ਸਿੰਘ ਜੀ ਨੂੰ ਪੜ੍ਹੀਏ ਤੇ ਉਹ ਜ਼ਿਕਰ ਕਰਦੇ ਨੇ, ਕਹਿੰਦੇ ਜਦੋਂ ਆਨੰਦਪੁਰ ਸਾਹਿਬ ਦੀ ਦੂਜੀ ਲੜਾਈ ਹੋਈ, ਪਹਾੜੀ ਰਾਜਿਆਂ ਨੇ ਮਿਲ ਕੇ ਹਮਲਾ ਕੀਤਾ ਆਨੰਦਗੜ੍ਹ ਦੇ ਕਿਲੇ ਦੇ ਉੱਤੇ। ਸਾਰਾ ਦਿਨ ਲੜਾਈ ਜਾਰੀ ਰਹੀ ਤੇ ਪਹਾੜੀ ਰਾਜੇ ਜਿਹੜੇ ਨੇ ਉਹ
ਇਹ ਸਫਲ ਨਹੀਂ ਹੋ ਸਕੇ ਕਿ ਉਸ ਕਿਲੇ ਦੇ ਉੱਤੇ ਕਬਜ਼ਾ ਕਰ ਸਕਣ। ਸਿੰਘਾਂ ਨੇ ਬੜੀ ਬਹਾਦਰੀ ਦੇ ਨਾਲ ਉਹਨਾਂ ਦਾ ਮੁਕਾਬਲਾ ਕੀਤਾ, ਪੈਰ ਨਹੀਂ ਲੱਗਣ ਦਿੱਤੇ ਦੁਸ਼ਮਣਾਂ ਦੇ। ਤੇ ਉਹਨਾਂ ਨੇ ਕੀ ਸੋਚਿਆ, ਕਹਿੰਦੇ ਇਸ ਤਰੀਕੇ ਦੇ ਨਾਲ ਇਸ ਕਿਲੇ ਦੇ ਉੱਤੇ ਕਬਜ਼ਾ ਨਹੀਂ ਕੀਤਾ ਜਾ ਸਕਦਾ। ਆਨੰਦਗੜ੍ਹ ਦਾ ਕਿਲਾ ਜਿਹੜਾ ਹੈ ਨਾ, ਦਰਵਾਜ਼ਾ ਬਹੁਤ ਮਜ਼ਬੂਤ ਹੈ। ਤੇ ਕੀ ਸੋਚਿਆ, ਕੀ ਸਲਾਹ ਕੀਤੀ ਗਈ ਕਿ ਇੱਕ ਹਾਥੀ, ਉਹਨੂੰ ਪਿਲਾਈ ਜਾਵੇ ਸ਼ਰਾਬ। ਸ਼ਰਾਬ ਪਿਲਾ ਕੇ ਹਾਥੀ ਨੂੰ ਲੋਹੇ ਦੇ ਵਿੱਚ ਮੜ ਦਿੱਤਾ ਗਿਆ। ਲੋਹੇ ਦੇ ਆਇਰਨ ਦੀਆਂ ਜਿਹੜੀਆਂ ਪਲੇਟਸ ਨੇ ਹਾਥੀ ਦੇ ਮੱਥੇ ਦੇ ਉੱਤੇ ਲਗਾ ਦਿੱਤੀਆਂ ਗਈਆਂ, ਉਹਦੇ ਸਰੀਰ ਨੂੰ ਲੋਹੇ ਦੇ ਨਾਲ ਜੜ ਦਿੱਤਾ ਗਿਆ ਤੇ ਸ਼ਰਾਬ ਪਿਲਾ ਕੇ ਕਿਲਾ ਤੋੜਨ ਵਾਸਤੇ ਇਹਨੂੰ ਲੈ ਕੇ ਜਾ ਰਹੇ ਨੇ। ਸਿੰਘਾਂ ਨੂੰ ਪਤਾ ਲੱਗਾ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਦੱਸਿਆ, ਪਾਤਸ਼ਾਹ ਜੀ ਇਹ ਉਹਨਾਂ ਦੀ ਸਕੀਮ ਹੈ ਕਿਲਾ ਤੋੜਨ ਵਾਸਤੇ, ਦਰਵਾਜ਼ਾ ਤੋੜਨ ਵਾਸਤੇ। ਯਾਦ ਰਹੇ, ਮੌਤ ਦਾ ਡਰ ਬੜਾ ਭਿਆਨਕ ਹੈ। ਹਰ ਇੱਕ ਇਨਸਾਨ ਇਸ ਮੌਤ ਦੇ ਡਰ ਤੋਂ ਡਰਦਾ ਪਿਆ ਹੈ, ਡਰ ਰਿਹਾ ਹੈ। ਕੋਈ ਵੀ ਦੁਨੀਆ ਦਾ ਇਨਸਾਨ ਮਰਨਾ ਨਹੀਂ ਚਾਹੁੰਦਾ। ਇਸੇ ਕਰਕੇ ਸਰੀਰ ਕਮਜ਼ੋਰ ਹੋਈ ਜਾ ਰਿਹਾ। ਸਤਿਗੁਰੂ ਜੀ ਕਹਿ ਰਹੇ ਨੇ, ਸਤਿਗੁਰਾਂ ਨੂੰ ਦੱਸਿਆ, ਪਾਤਸ਼ਾਹ ਜੀ ਹਾਥੀ ਲੈ ਕੇ ਆ ਰਹੇ ਨੇ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਿਹਾ, ਕਹਿਣ ਲੱਗੇ ਜੇ ਉਹ ਹਾਥੀ ਲੈ ਕੇ ਆ ਰਹੇ ਨੇ, ਉਸ ਹਾਥੀ ਦਾ ਮੁਕਾਬਲਾ ਸਾਡਾ ਹਾਥੀ ਕਰੇਗਾ। ਸਤਿਗੁਰੂ ਜੀ ਸਾਡਾ ਹਾਥੀ ਕਿਹੜਾ, ਆਪਣਾ ਹਾਥੀ ਕਿਹੜਾ? ਤੇ ਸਤਿਗੁਰਾਂ ਨੇ ਉੱਥੇ ਇਸ਼ਾਰਾ ਕੀਤਾ ਦੁਨੀ ਚੰਦ ਵੱਲ। ਯਾਦ ਰਹੇ, ਦੁਨੀ ਚੰਦ ਦੇ ਵੱਲ ਇਸ਼ਾਰਾ ਕੀਤਾ ਸਤਿਗੁਰਾਂ ਨੇ। ਕਹਿਣ ਲੱਗੇ ਦੁਨੀ ਚੰਦ ਇਹਦਾ ਮੁਕਾਬਲਾ ਕਰੇਗਾ। ਤੇ ਜਦੋਂ ਦੁਨੀ ਚੰਦ ਨੂੰ ਪਤਾ ਲੱਗਾ, ਤੇ ਸਾਧ ਸੰਗਤ ਖਿਆਲ ਕਰਿਓ, ਰਾਤ ਪਈ, ਰਾਤ ਨੂੰ ਕਿਲੇ ਦੀ ਕੰਧ ਤੋਂ ਮਾਰੀ ਛਾਲ, ਦੌੜਨ ਲੱਗਾ, ਡਰ ਗਿਆ ਨਾ ਅੰਦਰੋਂ। ਗੁਰੂ ਦੇ ਤੇ ਵਿਸ਼ਵਾਸ ਕੋਈ ਨਹੀਂ, ਡਰ ਗਿਆ ਕਿ ਹਾਥੀ ਦਾ ਮੁਕਾਬਲਾ ਮੈਂ ਕਿਵੇਂ ਕਰ ਸਕਦਾ। ਇੰਨਾ ਨਹੀਂ ਸੀ ਪਤਾ ਕਿ ਜਿਹਦੇ ਉੱਤੇ ਗੁਰੂ ਦੇ ਮੇਰਾ ਭਰਿਆ ਹੱਥ ਆ ਜਾਵੇ, ਗੁਰੂ ਦਾ ਮੇਰਾ ਭਰਿਆ ਹੱਥ ਜਿਸ ਦੇ ਸੀਸ ਦੇ ਉੱਤੇ ਆ ਜਾਏ, ਇੱਕ ਹਾਥੀ ਤਾਂ ਕੀ, ਉਹ ਤਾਂ ਹਜ਼ਾਰਾਂ ਹਾਥੀਆਂ ਦਾ ਮੁਕਾਬਲਾ ਕਰ ਸਕਦਾ ਹੈ। ਰਾਤ ਨੂੰ ਕਿਲੇ ਦੀ ਕੰਧ ਤੋਂ ਛਾਲ ਮਾਰੀ, ਲੱਤ ਟੁੱਟ ਗਈ, ਆਪਣੇ ਪਿੰਡ ਗਿਆ, ਉੱਥੇ ਸੱਪ ਲੜਿਆ, ਮਰ ਫਿਰ ਵੀ ਗਿਆ। ਇੱਕ ਮੌਤ ਇਹ ਹੈ, ਗੁਰੂ ਤੋਂ ਬੇਮੁਖ ਹੋ ਕੇ ਮਰਿਆ। ਮੌਤ ਤਾਂ ਆਉਣੀ ਹੀ ਸੀ, ਗੁਰੂ ਤੋਂ ਬੇਮੁਖ ਹੋ ਕੇ ਮਰਿਆ। ਸਾਰੀ ਜ਼ਿੰਦਗੀ ਰਹਿੰਦੀ ਦੁਨੀਆ ਤੱਕ ਉਹਦਾ ਨਾਂ ਉਹਨਾਂ ਲੋਕਾਂ ਦੇ ਵਿੱਚ ਲਿਆ ਜਾਏਗਾ ਜਿਹੜੇ ਗੁਰੂ ਨੂੰ ਛੱਡ ਕੇ, ਗੁਰੂ ਦੇ ਉੱਤੇ ਭਰੋਸਾ ਨਾ ਕਰਕੇ, ਗੁਰੂ ਤੋਂ ਬੇਮੁਖ ਹੋ ਕੇ ਜਿਹੜੇ ਦੌੜ ਗਏ। ਤੇ ਦੂਜੇ ਪਾਸੇ ਉਹ ਸਿੱਖ ਜਿਹੜੇ ਗੁਰੂ ਦੇ ਉੱਤੇ ਪੂਰਨ ਭਰੋਸਾ ਰੱਖ ਕੇ ਗੁਰੂ ਦੇ ਹੁਕਮ ਦੇ ਉੱਤੇ ਫੁੱਲ ਚੜਾਉਂਦੇ ਰਹੇ, ਤੇ ਉਹਨਾਂ ਨੂੰ ਰਹਿੰਦੀ ਦੁਨੀਆ ਦੇ ਵਿੱਚ ਉਹਨਾਂ ਗੁਰਮੁਖਾਂ, ਉਹਨਾਂ ਸਿੱਖਾਂ ਦੀ ਕਤਾਰ ਦੇ ਵਿੱਚ ਯਾਦ ਕੀਤਾ ਜਾਏਗਾ ਜਿਨ੍ਹਾਂ ਨੇ ਆਪਣਾ ਆਪ ਤਾਂ ਕੁਰਬਾਨ ਕਰ ਦਿੱਤਾ, ਪਰ ਗੁਰੂ ਤੋਂ ਬੇਮੁਖ ਨਹੀਂ ਹੋਏ। ਭਾਈ ਬਚਿੱਤਰ ਸਿੰਘ ਵਰਗੇ। ਜਦੋਂ ਦੁਨੀ ਚੰਦ ਦੌੜਿਆ, ਸਤਿਗੁਰਾਂ ਨੇ ਭਾਈ ਬਚਿੱਤਰ ਸਿੰਘ ਵੱਲ ਇਸ਼ਾਰਾ ਕੀਤਾ, ਕਹਿਣ ਲੱਗੇ ਇਹ ਮੁਕਾਬਲਾ ਕਰੇਗਾ, ਤੇ ਭਾਈ ਬਚਿੱਤਰ ਸਿੰਘ ਨੇ ਮੁਕਾਬਲਾ ਕੀਤਾ। ਤੇ ਸਾਧ ਸੰਗਤ ਖਿਆਲ ਰਹੇ, ਸਤਿਗੁਰੂ ਜੀ ਕਹਿੰਦੇ ਡਰਨਾ ਕਿਸੇ ਦੇ ਕੋਲੋਂ ਨਹੀਂ, ਪਰ ਇਨਸਾਨ ਦੀ ਜ਼ਿੰਦਗੀ ਡਰ ਦੇ ਵਿੱਚ ਹੀ ਬਤੀਤ ਹੁੰਦੀ ਹੈ। ਜਨਮ ਤੋਂ ਲੈ ਕੇ ਮੌਤ ਤੱਕ ਇਨਸਾਨ ਦੇ ਅੰਦਰੋਂ ਡਰ ਖਤਮ ਹੀ ਨਹੀਂ ਹੁੰਦਾ। ਡਰ ਰਿਹਾ ਹੈ, ਪਲ ਪਲ ਇਸ ਡਰ ਦੇ ਵਿੱਚ ਇਨਸਾਨ ਜਿਉਂਦਾ ਪਿਆ ਹੈ। ਤੇ ਸਾਧ ਸੰਗਤ ਖਿਆਲ ਕਰਿਓ, ਇਸ ਡਰ ਤੋਂ ਜਦੋਂ ਤੱਕ ਛੁਟਕਾਰਾ ਨਹੀਂ ਮਿਲੇਗਾ, ਉਦੋਂ ਤੱਕ ਇਨਸਾਨ ਦਾ ਅੰਦਰ ਜਿਹੜਾ ਹੈ ਨਾ, ਉਹ ਸੁਖੀ ਨਹੀਂ ਜੇ ਹੋ ਸਕਣਾ। ਗੁਰੂ ਨਾਨਕ ਸਾਹਿਬ ਦਾ ਬਚਨ ਪੜ੍ਹਿਓ ਧਨਾਸਰੀ ਰਾਗ ਦਾ। ਜਦੋਂ ਧਨਾਸਰੀ ਰਾਗ ਸਟਾਰਟ ਹੁੰਦਾ ਹੈ ਨਾ ਜੀ, 660 ਪੇਜ ਤੋਂ ਪਹਿਲਾ ਹੀ ਸ਼ਬਦ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਧਨਾਸਰੀ ਰਾਗ ਦਾ। ਸਤਿਗੁਰੂ ਜੀ ਪਹਿਲੀ ਪੰਕਤੀ ਦੇ ਵਿੱਚ ਪਤਾ ਕੀ ਕਹਿੰਦੇ, ਕਹਿੰਦੇ ਜੀਓ ਡਰਤ ਹੈ ਆਪਣਾ ਕੈਸਿਓ ਕਰੀ ਪੁਕਾਰ। ਕਹਿੰਦੇ ਮੇਰਾ ਅੰਦਰ ਡਰਦਾ ਪਿਆ ਹੈ। ਕਿਉਂ ਡਰਦਾ ਪਿਆ ਹੈ? ਉਹਦਾ ਰੀਜ਼ਨ ਹੀ ਇਹ ਹੈ ਕਿ ਮੈਂ ਉਹਦੇ ਨਾਲੋਂ ਟੁੱਟਾ ਹੋਇਆ ਜਿਹਦੇ ਨਾਲ ਜੁੜਨ ਕਰਕੇ ਮੇਰੇ ਅੰਦਰੋਂ ਡਰ ਖਤਮ ਹੋ ਜਾਣੇ ਸੀ। ਮੈਂ ਉਹਦੇ ਨਾਲੋਂ ਟੁੱਟਾ ਪਿਆ ਜਿਹਦੇ ਨਾਲ ਜੁੜ ਕੇ ਮੈਨੂੰ ਦੁਨੀਆ ਦਾ ਡਰ ਕੋਈ ਨਹੀਂ ਸੀ ਰਹਿਣਾ। ਤੇ ਸਤਿਗੁਰੂ ਜੀ ਕਹਿੰਦੇ ਮੇਰਾ ਅੰਦਰ ਡਰਦਾ ਪਿਆ। ਕਿਤੇ ਭਗਤ ਬਾਣੀ ਪੜ੍ਹਿਓ, ਭਗਤਾਂ ਨੇ ਵੀ ਕਿਹਾ, ਕਹਿੰਦੇ ਥਰ ਥਰ ਕੰਪੈ ਬਾਲਾ ਜੀਓ। ਮੇਰਾ ਅੰਦਰ, ਬਾਲਾ ਦਾ ਮਤਲਬ ਹੈ ਅੰਦਰ ਆਤਮਾ, ਮਨ ਡਰਦਾ ਪਿਆ, ਕੰਬਦਾ ਪਿਆ। ਕਿਉਂ ਕੰਬਦਾ ਪਿਆ? ਕਿਉਂਕਿ ਜਦੋਂ ਮੈਂ ਆਪਣੇ ਵੱਲ ਝਾਤ ਮਾਰਦਾ, ਆਪਣੇ ਕਰਮਾਂ ਵੱਲ ਝਾਤ ਮਾਰਦਾ, ਤੇ ਮੇਰਾ ਅੰਦਰ ਵਾਕਿਆ ਹੀ ਕੰਬ ਜਾਂਦਾ ਹੈ। ਕਿਤੇ ਬਾਬਾ ਫਰੀਦ ਜੀ ਦਾ ਬਚਨ ਪੜ੍ਹੋ, ਸ਼ਲੋਕ ਨੇ ਬੜਾ ਪਿਆਰਾ ਬਾਬਾ ਫਰੀਦ ਜੀ ਦਾ। ਫਰੀਦ ਸਾਹਿਬ ਪਤਾ ਕੀ ਕਹਿੰਦੇ, ਐਗਜ਼ਾਮਪਲ ਦੇ ਥਰੂ ਸਮਝਾਉਂਦੇ ਪਏ ਨੇ। ਫਰੀਦ ਸਾਹਿਬ ਨੇ ਕੀ ਦੇਖਿਆ, ਕਹਿੰਦੇ ਕੋਈ ਉਹ ਸਮਾਂ ਸੀ ਜਦੋਂ ਅਜੇ ਆ ਘੜੀਆਂ, ਕਲੌਕ ਵਗੈਰਾ, ਵਾਚਸ ਵਗੈਰਾ ਨਹੀਂ ਸੀ ਅਜੇ ਇਨਵੈਂਟ ਹੋਈਆਂ। ਉਹਨਾਂ ਸਮਿਆਂ ਦੇ ਵਿੱਚ
ਟਾਈਮ ਦਾ ਪਤਾ ਕਿਵੇਂ ਲਗਾਇਆ ਜਾਂਦਾ ਸੀ? ਕਹਿੰਦੇ ਕਿਸੇ ਪਿੰਡ ਦੇ ਵਿੱਚ ਜਾਂ ਕਿਸੇ ਰਾਜ ਮਹਿਲ ਦੇ ਵਿੱਚ ਇੱਕ ਟੱਲ ਲਗਾਇਆ ਜਾਂਦਾ ਸੀ। ਟੱਲ ਦਾ ਮਤਲਬ ਹੈ ਜੀ ਜਿਹਨੂੰ ਹਥੌੜੇ ਦੇ ਨਾਲ ਵਜਾਇਆ ਜਾਂਦਾ ਹੈ। ਟੱਲ ਲਗਾਇਆ ਜਾਂਦਾ ਸੀ ਤੇ ਜਦੋਂ ਸੂਰਜ ਦੀ ਰੌਸ਼ਨੀ ਦੇ ਨਾਲ ਹਿਸਾਬ ਲਗਾ ਕੇ ਹਰ ਇੱਕ ਘੜੀ ਮਗਰੋਂ ਜਾਂ ਹਰ ਇੱਕ ਪਹਿਰ ਦੇ ਮਗਰੋਂ ਉਸ ਟੱਲ ਨੂੰ ਵਜਾਇਆ ਜਾਂਦਾ ਸੀ। ਸਪੈਸ਼ਲ ਡਿਊਟੀ ਲੱਗਦੀ ਸੀ ਕਿਸੇ ਦੀ ਉਹਨੂੰ ਵਜਾਉਣ ਦੀ, ਹਰ ਇੱਕ ਘੜੀ ਮਗਰੋਂ ਜਾਂ ਪਹਿਰ ਮਗਰੋਂ। ਬਾਬਾ ਫਰੀਦ ਜੀ ਕਹਿੰਦੇ ਮੈਂ ਦੇਖਿਆ ਕਿ ਹਰ ਇੱਕ ਘੜੀ ਦੇ ਬਾਅਦ, ਹਰ ਇੱਕ ਪਹਿਰ ਦੇ ਬਾਅਦ ਉਸ ਟੱਲ ਨੂੰ ਵਜਾਇਆ ਜਾ ਰਿਹਾ ਹੈ। ਫਿਰ ਮੇਰੇ ਮਨ ਦੇ ਵਿੱਚ ਖਿਆਲ ਆਇਆ ਕਿ ਜਿਹੜਾ ਉਸ ਟੱਲ ਨੂੰ ਵਜਾਇਆ ਜਾ ਰਿਹਾ ਹੈ ਉਹਨੂੰ ਇਸ ਤਰ੍ਹਾਂ ਲੈ ਲਈਏ ਕਿ ਜਿਸ ਤਰ੍ਹਾਂ ਉਹਨੂੰ ਮਾਰਿਆ ਜਾ ਰਿਹਾ ਹੈ, ਉਹਨੂੰ ਸਜ਼ਾ ਮਿਲਦੀ ਪਈ ਹੈ। ਫਿਰ ਦੂਜਾ ਖਿਆਲ ਇਹ ਪੈਦਾ ਹੋਇਆ, ਜੇ ਉਸ ਨੂੰ ਸਜ਼ਾ ਮਿਲਦੀ ਪਈ ਹੈ, ਉਹਨੇ ਗੁਨਾਹ ਕਿਹੜਾ ਕੀਤਾ ਹੈ ਜਿਹਦੀ ਉਸ ਨੂੰ ਸਜ਼ਾ ਮਿਲ ਰਹੀ ਹੈ? ਵਾਰ-ਵਾਰ ਹਰ ਇੱਕ ਘੜੀ ਦੇ ਮਗਰੋਂ, ਹਰ ਇੱਕ ਪਹਿਰ ਦੇ ਮਗਰੋਂ ਉਹਨੂੰ ਸਜ਼ਾ ਮਿਲ ਰਹੀ ਹੈ, ਉਹਨੂੰ ਵਜਾਇਆ ਜਾ ਰਿਹਾ ਹੈ, ਉਹਨੂੰ ਕੁੱਟਿਆ ਜਾ ਰਿਹਾ ਹੈ। ਉਹਦਾ ਐਸਾ ਕੀ ਗੁਨਾਹ ਹੈ ਜਿਹੜੀ ਉਸ ਨੂੰ ਵਾਰ-ਵਾਰ ਸਜ਼ਾ ਮਿਲਦੀ ਪਈ ਹੈ? ਤੇ ਫਿਰ ਤੀਜਾ ਖਿਆਲ ਇਹ ਆਇਆ, ਕਹਿੰਦੇ ਜੀ ਉਹਦਾ ਤਾਂ ਗੁਨਾਹ ਹੀ ਕੋਈ ਨਹੀਂ, ਬਿਨਾਂ ਗੁਨਾਹ ਤੋਂ ਹੀ ਉਸ ਨੂੰ ਸਜ਼ਾ ਮਿਲਦੀ ਪਈ ਹੈ, ਮਾਰ ਪੈ ਰਹੀ ਹੈ। ਤੇ ਫਰੀਦ ਸਾਹਿਬ ਕਹਿੰਦੇ ਜਦੋਂ ਉਹਦੇ ਵੱਲ ਦੇਖ ਕੇ ਇਹ ਵਿਚਾਰ ਮੇਰੇ ਮਨ 'ਚ ਪੈਦਾ ਹੋਏ ਤੇ ਫਿਰ ਮੇਰੇ ਅੰਦਰ ਝਾਤ ਵੱਜੀ ਕਿ ਭਲਿਆ ਜੇਕਰ ਬਿਨਾਂ ਕਿਸੇ ਗੁਨਾਹ ਤੋਂ, ਬਿਨਾਂ ਕਿਸੇ ਗਲਤੀ ਤੋਂ ਉਸ ਟੱਲ ਨੂੰ ਸਜ਼ਾ ਮਿਲ ਸਕਦੀ ਹੈ ਹਰ ਇੱਕ ਘੜੀ, ਹਰ ਇੱਕ ਪਹਿਰ ਦੇ ਬਾਅਦ, ਤੇ ਤੂੰ ਤਾਂ ਗੁਨਾਹਾਂ ਦੇ ਨਾਲ, ਪਾਪਾਂ ਦੇ ਨਾਲ ਭਰਿਆ ਪਿਆ, ਤੇਰਾ ਕੀ ਹਾਲ ਹੋਏਗਾ? ਫਰੀਦ ਸਾਹਿਬ ਦਾ ਸ਼ਲੋਕ ਬੜਾ ਪਿਆਰਾ ਜੀ। ਕਹਿੰਦੇ ਫਰੀਦਾ ਘੜੀਏ ਘੜੀਏ ਮਾਰੀਏ ਪਹਿਰੀ ਲਹੈ ਸਜਾਏ, ਸੋ ਹੇੜਾ ਘੜਿਆਲ ਜਿਉ ਦੁਖੀ ਰਹਿਣ ਵਿਹਾਏ। ਤੇ ਬਾਬਾ ਫਰੀਦ ਜੀ ਨੇ ਕਹਿ ਦਿੱਤਾ, ਕਹਿੰਦੇ ਇਹ ਨਿਦੋਸ਼ਾਂ ਮਾਰੀ ਹੈ, ਇਹ ਨਿਦੋਸ਼ਾਂ, ਨਿਦੋਸ਼ਾਂ ਦਾ ਮਤਲਬ ਜਿਸਨੇ ਦੋਸ਼, ਜਿਸਨੇ ਗੁਨਾਹ ਕੋਈ ਨਹੀਂ ਕੀਤਾ, ਇਹ ਨਿਦੋਸ਼ਾਂ ਮਾਰੀ ਹੈ, ਹਮ ਦੋਸ਼ਾਂ ਦਾ ਕਿਆ ਹਾਲ। ਕਹਿੰਦੇ ਸਾਡਾ ਹਾਲ, ਸਾਡਾ ਹਸ਼ਰ ਕੀ ਹੋਏਗਾ ਜਿਹੜੇ ਅਸੀਂ ਗੁਨਾਹਾਂ ਦੇ ਨਾਲ ਭਰੇ ਪਏ ਹਾਂ। ਕਿਤੇ ਬਚਨ ਪੜੋ ਬਾਣੀ ਚੋਂ, ਪਾਤਸ਼ਾਹ ਜੀ ਕਹਿੰਦੇ ਹਮ ਡੋਲਤ ਬੇੜੀ ਪਾਪ ਭਰੀ ਹੈ। ਆਪਣੇ ਕੋਲ ਹੀ ਸਮੁੰਦਰ ਹੈ, ਤੁਸੀਂ ਵੀ ਕਿਤੇ ਕਰੂਜ਼ ਵਗੈਰਾ ਤੇ ਜਾਂਦੇ ਹੋਵੋਗੇ ਜਾਂ ਕਿਸੇ ਬੋਟ ਦੇ ਵਿੱਚ ਜ਼ਰੂਰ ਸਵਾਰੀ ਕੀਤੀ ਹੋਏਗੀ। ਕਈ ਐਸੇ ਬੇੜੇ, ਐਸੇ ਜਹਾਜ਼, ਸ਼ਿਪ, ਬੋਟਸ, ਕਰੂਜ਼ ਵਗੈਰਾ ਜਿਹੜੇ ਸਮੁੰਦਰ ਦੇ ਵਿੱਚ ਜਾਂਦੇ ਨੇ, ਉਹ ਕਿਨਾਰੇ ਤੇ ਲੱਗ ਜਾਂਦੇ ਨੇ, ਆਪਣੀ ਮੰਜ਼ਿਲ ਤੇ ਪਹੁੰਚ ਜਾਂਦੇ ਨੇ। ਬਹੁਤ ਘੱਟ ਐਸੇ ਕੇਸਿਸ ਹੋਣਗੇ ਜਿਨ੍ਹਾਂ ਦੇ ਵਿੱਚੋਂ ਇਹ ਨਜ਼ਰ ਆਏਗਾ ਕਿ ਕਿਸੇ ਐਕਸੀਡੈਂਟ ਦੇ ਕਰਕੇ ਕੋਈ ਜਹਾਜ਼, ਕੋਈ ਸ਼ਿਪ, ਕੋਈ ਬੋਟ ਜਿਹੜੀ ਹੈ ਉਹ ਸਮੁੰਦਰ ਦੇ ਵਿੱਚ ਡੁੱਬ ਗਈ। ਪਰ ਮੋਸਟਲੀ ਇਹੀ ਦੇਖਣ 'ਚ ਆਇਆ ਹੈ ਕਿ ਜਿਹੜੇ ਵੀ ਸਮੁੰਦਰ ਦੇ ਵਿੱਚ ਜਹਾਜ਼ ਜਾਂ ਸ਼ਿਪਸ ਵਗੈਰਾ, ਬੋਟਸ ਵਗੈਰਾ ਜਾਂਦੀਆਂ ਨੇ, ਉਹ ਕਿਨਾਰੇ ਤੇ ਲੱਗ ਜਾਂਦੀਆਂ ਨੇ, ਪਾਰ ਹੋ ਜਾਂਦੀਆਂ ਨੇ। ਪਰ ਬਹੁਤ ਘੱਟ ਸੁਣਨ ਦੇ ਵਿੱਚ ਆਏਗਾ ਕਿ ਕੋਈ ਸ਼ਿਪ ਜਾਂ ਕੋਈ ਬੋਟ ਸਮੁੰਦਰ ਦੇ ਵਿੱਚ ਡੁੱਬ ਗਈ। ਯਾਦ ਰਹੇ, ਸੰਸਾਰਿਕ ਤੌਰ ਤੇ ਸਮੁੰਦਰ ਵਿੱਚ ਜਾਣ ਵਾਲੇ ਜਹਾਜ਼ ਉਹ ਪਾਰ ਲੰਘ ਜਾਂਦੇ ਨੇ, ਬਹੁਤ ਘੱਟ ਡੁੱਬਦੇ ਨੇ। ਪਰ ਸਾਧ ਸੰਗਤ, ਇਹ ਜਿਹੜਾ ਸੰਸਾਰ ਰੂਪੀ ਸਮੁੰਦਰ ਹੈ ਨਾ, ਇਸ ਸਮੁੰਦਰ ਦੇ ਵਿੱਚ ਸਾਡੀ ਜ਼ਿੰਦਗੀ ਰੂਪ ਜਿਹੜੇ ਬੇੜੇ ਨੇ ਨਾ ਜੀ, ਉਹ ਡੁੱਬਦੇ ਹੀ ਜਾ ਰਹੇ ਨੇ, ਪਾਰ ਕੋਈ ਵਿਰਲਾ ਲੰਘਦਾ ਹੈ। ਸੰਸਾਰ ਦੇ ਸਮੁੰਦਰ ਦੇ ਵਿੱਚ ਪਾਰ ਜ਼ਿਆਦਾ ਲੰਘਦੇ ਨੇ, ਡੁੱਬਦਾ ਕੋਈ ਹੈ। ਪਰ ਇਸ ਸੰਸਾਰ ਸਮੁੰਦਰ ਦੇ ਵਿੱਚ ਡੁੱਬਦੇ ਜ਼ਿਆਦਾ ਨੇ, ਪਾਰ ਕੋਈ ਲੰਘਦਾ ਹੈ। ਰੀਜ਼ਨ ਕੀ ਹੈ? ਸਿਰਫ ਉੱਥੇ ਆਣ ਕੇ ਗੱਲ ਮੁੱਕੇਗੀ ਕਿ ਅਸੀਂ ਉਹਦੇ ਨਾਲੋਂ ਟੁੱਟ ਗਏ ਜਿਹਦੇ ਨਾਲ ਜੁੜ ਕੇ ਸਾਡੇ ਅੰਦਰੋਂ ਡਰ ਖਤਮ ਹੋਣੇ ਸੀ। ਗੁਰੂ ਨਾਨਕ ਸਾਹਿਬ ਕਹਿੰਦੇ ਨੇ ਨਾ, ਜੀਓ ਡਰਤ ਹੈ ਆਪਣਾ। ਉਹ ਡਰ ਦਾ ਰੀਜ਼ਨ ਕੀ ਹੈ? ਕਿ ਅਸੀਂ ਗੁਨਾਹਾਂ ਦੇ ਨਾਲ, ਪਾਪਾਂ ਦੇ ਨਾਲ ਭਰੇ ਪਏ ਹਾਂ। ਤੇ ਮੈਨੂੰ ਇਹ ਸਮਝ ਪੈ ਗਈ ਕਿ ਜਦੋਂ ਤੱਕ ਮੈਂ ਗੁਨਾਹਾਂ ਦੇ ਨਾਲ ਭਰਿਆ ਪਿਆ, ਉਦੋਂ ਤੱਕ ਮੈਂ ਇਸ ਸੰਸਾਰ ਸਾਗਰ ਨੂੰ ਪਾਰ ਕਰ ਹੀ ਨਹੀਂ ਸਕਦਾ। ਹਮ ਡੋਲਤ ਬੇੜੀ ਪਾਪ ਭਰੀ ਹੈ, ਪਵਨ ਲੱਗੈ ਮਤ ਜਾਈ। ਡੁੱਬ ਜਾਵਾਂਗੇ। ਫਰੀਦ ਸਾਹਿਬ ਨੇ ਤਾਂ ਕਹਿ ਦਿੱਤਾ, ਕਹਿੰਦੇ ਹਜ਼ਾਰਾਂ ਹੀ ਛੇਕ ਹੋਏ ਪਏ ਨੇ ਇਸ ਜ਼ਿੰਦਗੀ ਰੂਪ ਬੇੜੇ ਦੇ ਵਿੱਚ, ਪਾਪਾਂ ਦੇ, ਵਿਕਾਰਾਂ ਦੇ। ਇੱਕ ਹੋਲ ਹੋ ਜਾਵੇ ਕਿਸੇ ਬੋਟ ਦੇ ਵਿੱਚ, ਇੱਕ ਹੋਲ ਇਹ ਸਮਰੱਥਾ ਰੱਖਦਾ ਹੈ ਕਿ ਉਸ ਬੋਟ ਨੂੰ ਪੂਰੀ ਦੀ ਪੂਰੀ ਨੂੰ ਡੁਬਾ ਦੇਗਾ। ਤੇ ਯਾਦ ਰਹੇ, ਜਿਸ ਇਸ ਸਰੀਰ ਰੂਪੀ ਬੋਟ ਦੇ ਵਿੱਚ ਹਜ਼ਾਰਾਂ ਹੀ ਛੇਕ ਹੋਏ ਹੋਣ, ਉਹ ਤਾਂ ਥੋੜੀ ਦੂਰੀ ਤੱਕ ਨਹੀਂ ਜਾ ਸਕੇਗੀ, ਡੁੱਬੇਗੀ ਜ਼ਰੂਰ। ਤੇ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਡਰ ਨਾ, ਡਰ ਨਾ, ਕਿਉਂਕਿ ਡਰੇਗਾ ਮੰਜ਼ਿਲ ਨਹੀਂ ਮਿਲੇਗੀ।
ਪਰ ਸਤਿਗੁਰਾਂ ਨੂੰ ਪੁੱਛੋ, ਪਾਤਸ਼ਾਹ ਜੀ ਇਹ ਡਰ ਖਤਮ ਕਿਵੇਂ ਹੋਏਗਾ, ਕਿਵੇਂ ਹੋਵੇਗਾ? ਮੈਂ ਤੇ ਪਲ ਪਲ ਡਰਦਾ ਪਿਆ, ਕਿਵੇਂ ਇਸ ਡਰ ਦੇ ਕੋਲੋਂ ਛੁਟਕਾਰਾ ਪਾਇਆ ਜਾ ਸਕਦਾ ਹੈ? ਤੇ ਫਿਰ ਸਤਿਗੁਰੂ ਜੀ ਇੱਕ ਸਿੰਪਲ ਜਿਹਾ ਮੈਥਡ ਸਮਝਾਉਂਦੇ ਨੇ। ਕਹਿੰਦੇ ਤੇਰੇ ਅੰਦਰੋਂ ਇਸ ਸੰਸਾਰ ਦਾ ਡਰ ਖਤਮ ਹੋ ਸਕਦਾ ਹੈ। ਕਿਵੇਂ ਹੋਏਗਾ ਸਤਿਗੁਰੂ ਜੀ? ਪਾਤਸ਼ਾਹ ਜੀ ਕਹਿੰਦੇ ਇੱਕ ਕੰਮ ਕਰ, ਤੂੰ ਉਸ ਕਰਤਾਰ ਦੀ ਸ਼ਰਨ ਦੇ ਵਿੱਚ ਆ ਜਾ, ਗੁਰੂ ਦੀ ਸ਼ਰਨ ਦੇ ਵਿੱਚ ਆ ਜਾ। ਇਹ ਤੈਨੂੰ ਪਤਾ ਲੱਗੇਗਾ ਕਿ ਗੁਰੂ ਪਰਮਾਤਮਾ ਨਿਰਭਉ ਹੈ। ਮੈਂ ਬੇਨਤੀ ਕੀਤੀ ਆਰੰਭ ਦੇ ਵਿੱਚ, ਦੋ ਤਰ੍ਹਾਂ ਦੇ ਡਰ ਨੇ, ਇੱਕ ਸੰਸਾਰ ਦਾ ਤੇ ਇੱਕ ਨਿਰੰਕਾਰ ਦਾ ਹੈ। ਅਸੀਂ ਤਕਰੀਬਨ ਮੋਸਟਲੀ ਸੰਸਾਰੀ ਡਰ ਦੇ ਵਿੱਚ ਜ਼ਿੰਦਗੀ ਬਤੀਤ ਕਰਦੇ ਹਾਂ, ਪਰ ਜਿਸ ਦਿਨ ਸਾਡੇ ਅੰਦਰ ਨਿਰੰਕਾਰ ਦਾ ਡਰ ਪੈਦਾ ਹੋ ਗਿਆ, ਸਾਧ ਸੰਗਤ, ਉਸ ਦਿਨ ਦੁਨੀਆ ਦਾ ਡਰ ਖਤਮ ਹੋ ਜਾਏਗਾ। ਵਾਰ-ਵਾਰ ਤੁਹਾਨੂੰ ਬਚਨ ਪੜ੍ਹਨ ਨੂੰ ਮਿਲਣਗੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚੋਂ। ਸਤਿਗੁਰੂ ਜੀ ਕਹਿੰਦੇ, ਗੁਰੂ ਅਮਰਦਾਸ ਮਹਾਰਾਜ ਕਹਿੰਦੇ, ਭੈ ਵਿੱਚ ਜੰਮੈ ਭੈ ਮਰੈ, ਭੀ ਭਉ ਮਨ ਮੈਂ ਹੋਏ। ਨਾਨਕ ਭੈ ਵਿੱਚ ਜੇ ਮਰੈ ਸਹਿਲਾ ਆਇਆ ਸੋਏ। ਸਤਿਗੁਰੂ ਜੀ ਕਹਿੰਦੇ ਜਿਹੜੇ ਰੱਬ ਦੇ ਭੈ ਦੇ ਵਿੱਚ ਜ਼ਿੰਦਗੀ ਬਤੀਤ ਕਰਦੇ ਨਾ, ਉਹਦਾ ਜੀਵਨ ਪ੍ਰਵਾਨ ਹੋ ਜਾਂਦਾ ਹੈ। ਪਰ ਦੂਜੇ ਸ਼ਲੋਕ ਦੇ ਵਿੱਚ ਨਾਲ ਹੀ ਕਹਿ ਦਿੱਤਾ, ਕਹਿੰਦੇ ਭੈ ਵਿਣ। ਉੱਥੇ ਕਹਿੰਦੇ ਪਹਿਲੇ ਸ਼ਲੋਕ 'ਚ ਕਹਿ ਰਹੇ ਨੇ ਭੈ ਵਿੱਚ, ਤੇ ਦੂਜੇ ਸ਼ਲੋਕ 'ਚ ਕਹਿ ਰਹੇ ਨੇ ਭੈ ਵਿਣ। ਜਿਹੜਾ ਭੈ ਵਿਣ ਦਾ ਮਤਲਬ ਹੈ ਪਰਮਾਤਮਾ ਦੇ ਡਰ ਤੋਂ ਬਿਨਾਂ, ਜਿਹੜਾ ਸੰਸਾਰ ਦੇ ਡਰ ਦੇ ਵਿੱਚ ਜਿਉਂਦਾ ਪਿਆ ਹੈ। ਭੈ ਵਿਣ ਜੀਵੈ ਬਹੁਤ ਬਹੁਤ ਖੁਸ਼ੀਆਂ ਖੁਸ਼ੀ ਕਮਾਏ। ਪਰਮਾਤਮਾ ਦਾ ਡਰ ਕੋਈ ਨਹੀਂ ਅੰਦਰ। ਵੈਸੇ ਸਾਧ ਸੰਗਤ ਇਹ ਗੱਲ ਸੱਚੀ ਹੈ, ਸਾਡੇ ਅੰਦਰੋਂ ਰੱਬ ਦਾ, ਗੁਰੂ ਦਾ ਡਰ ਖਤਮ ਹੋ ਗਿਆ। ਕੋਈ ਸਮਾਂ ਸੀ ਜਦੋਂ ਗੁਰੂ ਦਾ ਡਰ ਸੀ। ਡਰ ਦਾ ਮਤਲਬ ਇਹ ਨਹੀਂ ਕਿ ਗੁਰੂ ਹੱਥ ਦੇ ਵਿੱਚ ਸਟਿੱਕ ਪਕੜ ਕੇ ਖਲੋਤਾ ਹੈ ਤੇ ਉਹ ਡਰਾ ਰਿਹਾ ਸਾਨੂੰ ਕਿ ਤੂੰ ਜਾਏਗਾ ਕਿੱਥੇ। ਨਹੀਂ, ਇੱਥੇ ਗੁਰੂ ਦੇ ਜਾਂ ਰੱਬ ਦੇ ਡਰ ਦਾ ਮਤਲਬ ਹੈ ਉਹਦੀ ਰਿਸਪੈਕਟ, ਉਹਦਾ ਆਦਰ, ਉਹਦਾ ਸਤਿਕਾਰ ਮਨ ਦੇ ਵਿੱਚ ਹੋ ਜਾਣਾ। ਸਿਰਫ ਇਹੀ ਸਾਡੇ ਅੰਦਰੋਂ ਖਤਮ ਹੋ ਗਿਆ। ਵੈਸੇ ਨਾ ਸਾਧ ਸੰਗਤ ਇੱਕ ਵਿਚਾਰਨ ਵਾਲੀ ਗੱਲ ਹੈ, ਦੁਨੀਆ ਦੇ ਅੰਦਰੋਂ ਰੱਬ ਦਾ ਡਰ ਖਤਮ ਹੋ ਗਿਆ। ਜਿਹੜਾ ਰੱਬ ਹਰ ਥਾਂ ਵਸਦਾ ਪਿਆ ਹੈ, ਹਰ ਪਲ ਜਿਹਦੀ ਸਾਡੇ ਉੱਤੇ ਨਜ਼ਰ ਹੈ। ਜੇਕਰ ਅੱਜ ਇਨਸਾਨ ਡਰਦਾ ਹੈ ਨਾ, ਰੱਬ ਕੋਲੋਂ ਨਹੀਂ ਜੇ ਡਰਦਾ, ਗੁਰੂ ਕੋਲੋਂ ਨਹੀਂ ਜੇ ਡਰਦਾ, ਜੇ ਡਰ ਹੈ ਤੇ ਅੱਜ ਦੇ ਟਾਈਮ ਦੇ ਵਿੱਚ ਇਨਸਾਨ ਨੂੰ ਡਰ ਜੇ CCTV ਕੈਮਰੇ ਦਾ। ਰੱਬ ਦਾ ਡਰ ਨਹੀਂ ਹੈ, ਕੈਮਰੇ ਦੇ ਕੋਲੋਂ ਡਰੇਗਾ। ਜੇ ਕੁਝ ਗੁਨਾਹ ਕਰਨਾ ਨਾ, ਕੋਈ ਮਾੜਾ ਕਰਨਾ ਹੈ, ਤੇ ਪਹਿਲਾਂ ਆਸੇ-ਪਾਸੇ ਨਜ਼ਰ ਮਾਰੇਗਾ ਕਿ ਤੇ ਕੈਮਰਾ ਤੇ ਕੋਈ ਨਹੀਂ ਲੱਗਿਆ। ਸੋ ਇਹ ਲੱਗਦਾ ਹੈ ਕਿ ਇਨਸਾਨ ਰੱਬ ਕੋਲੋਂ ਨਹੀਂ, ਸਗੋਂ ਇਹਨਾਂ ਇਨਸਾਨ ਦੇ ਦੁਆਰਾ ਇਜਾਦ ਕੀਤੇ ਹੋਏ, ਇਨਵੈਂਟ ਕੀਤੇ ਹੋਏ ਜਿਹੜੇ ਇਲੈਕਟ੍ਰੋਨਿਕ ਗੈਜਟਸ ਨੇ, ਉਹਨਾਂ ਦੇ ਕੋਲੋਂ ਡਰਦਾ ਹੈ। ਪਰ ਗੁਰੂ ਸਾਹਿਬ ਕਹਿੰਦੇ ਨੇ, ਭਲਿਆ ਜੇਕਰ ਤੂੰ ਸੰਸਾਰ ਦੇ ਡਰ ਤੋਂ ਛੁਟਕਾਰਾ ਪਾਉਣਾ ਹੈ ਤੇ ਫਿਰ ਤੈਨੂੰ ਨਿਰੰਕਾਰ ਦੇ ਡਰ ਦੇ ਵਿੱਚ ਆਉਣਾ ਪਏਗਾ। ਪਰਮਾਤਮਾ ਦੇ ਡਰ ਦੇ ਵਿੱਚ ਆਪਣੀ ਜ਼ਿੰਦਗੀ ਬਤੀਤ ਕਰਨੀ ਪਏਗੀ। ਪਰਮਾਤਮਾ ਦੇ ਅਦਬ ਨੂੰ, ਉਹਦੀ ਰਿਸਪੈਕਟ ਨੂੰ ਆਪਣੇ ਅੰਦਰ ਵਸਾਉਣਾ ਪਏਗਾ। ਤੇ ਜਿਸ ਦਿਨ ਉਹਦਾ ਡਰ ਤੇਰੇ ਅੰਦਰ ਆ ਗਿਆ, ਸੰਸਾਰ ਦੇ ਸਾਰੇ ਡਰ ਖਤਮ ਹੋ ਜਾਣਗੇ। ਇਸ ਨਿਰੰਕਾਰ ਦੇ ਡਰ ਨੂੰ ਗੁਰੂ ਰਾਮਦਾਸ ਮਹਾਰਾਜ ਜੀ ਨੇ ਇੱਕ ਨਾਮ ਦਿੱਤਾ ਹੈ। ਪਤਾ ਕੀ? ਲਾਵਾਂ ਦਾ ਪਾਠ ਆਪਾਂ ਕਰਦੇ ਹਾਂ ਜੀ। ਵੈਸੇ ਤਾਂ ਸਾਨੂੰ ਸਿਰਫ ਇੰਨਾ ਪਤਾ ਹੈ ਕਿ ਜਦੋਂ ਆਨੰਦ ਕਾਰਜ ਹੋਵੇਗਾ ਜੀ, ਤੇ ਆਨੰਦ ਕਾਰਜ ਸਿੱਖ ਲੜਕੇ ਲੜਕੀ ਦਾ ਉਦੋਂ ਤੱਕ ਨਹੀਂ ਕੰਪਲੀਟ ਹੋ ਸਕਦਾ ਜਦੋਂ ਤੱਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਆਣ ਕੇ 4 ਲਾਵਾਂ ਦਾ ਪਾਠ ਨਹੀਂ ਹੁੰਦਾ। ਭਾਈ ਸਾਹਿਬ ਪਾਠ ਕਰਨਗੇ, ਲੜਕਾ ਤੇ ਲੜਕੀ ਪਰਿਕਰਮਾ ਕਰਨਗੇ, ਰਾਗੀ ਸਿੰਘ ਕੀਰਤਨ ਕਰਨਗੇ, ਵਿਆਹ ਹੋ ਜਾਏਗਾ। ਸਿਰਫ ਸਾਡੀ ਸਮਝ ਇੱਥੋਂ ਤੱਕ ਹੈ। ਪਰ ਉਹਨਾਂ ਲਾਵਾਂ ਦੇ ਵਿੱਚ ਸਤਿਗੁਰਾਂ ਨੇ ਉਪਦੇਸ਼ ਕੀ ਦਿੱਤਾ, ਇਹਦੇ ਨਾਲ ਸਾਨੂੰ ਵਾਸਤਾ ਹੀ ਕੋਈ ਨਹੀਂ। ਨਾ ਤਾਂ ਹੀ ਕਦੀ ਸਮਝਣ ਦੀ ਕੋਸ਼ਿਸ਼ ਕੀਤੀ ਤੇ ਨਾ ਹੀ ਸਮਝਣਾ ਜ਼ਰੂਰੀ ਸਮਝਿਆ। ਤਾਂ ਹੀ ਤਾਂ ਸੰਸਾਰ ਦੇ ਡਰ ਦੇ ਵਿੱਚ ਅਸੀਂ ਜ਼ਿੰਦਗੀ ਜਿਉਂਦੇ ਪਏ ਹਾਂ। ਗੁਰੂ ਰਾਮਦਾਸ ਮਹਾਰਾਜ ਜੀ ਨੇ ਉਹਨਾਂ ਲਾਵਾਂ ਦੇ ਵਿੱਚ ਇਸ ਨਿਰੰਕਾਰ ਦੇ ਡਰ ਨੂੰ ਇੱਕ ਨਾਮ ਦਿੱਤਾ ਹੈ। ਉਹ ਨਾਮ ਪਤਾ ਕੀ ਹੈ? ਪਾਤਸ਼ਾਹ ਜੀ ਕਹਿੰਦੇ ਇਸ ਡਰ ਨੂੰ ਕਿਹਾ ਜਾਂਦਾ ਹੈ ਜੀ ਨਿਰਮਲ ਭਉ। ਪੰਕਤੀ ਹੈ, ਸਤਿਗੁਰੂ ਜੀ ਕਹਿੰਦੇ ਨਿਰਮਲ ਭਉ ਪਾਇਆ ਹਰ ਗੁਣ ਗਾਇਆ, ਹਰ ਵੇਖੈ ਰਾਮ ਹਦੂਰੇ। ਜਿਹਦੇ ਅੰਦਰ ਕਹਿੰਦੇ ਪਰਮਾਤਮਾ ਦਾ ਅਦਬ, ਪਰਮਾਤਮਾ ਦਾ ਭੈ ਆ ਗਿਆ, ਉਸ ਨੂੰ ਪਰਮਾਤਮਾ ਹਰ ਥਾਂ ਤੇ ਨਜ਼ਰ ਆਏਗਾ। ਉਹ ਫਿਰ CCTV ਕੈਮਰੇ ਵੱਲ ਨਹੀਂ ਦੇਖੇਗਾ। ਉਹ ਸੋਚੇਗਾ ਕਿ ਭਾਵੇਂ ਦੁਨੀਆ ਦਾ ਕੋਈ ਇਨਸਾਨ ਮੈਨੂੰ ਦੇਖੇ ਜਾਂ ਨਾ ਦੇਖੇ, ਹਰ ਵੇਖੈ ਰਾਮ ਹਦੂਰ ਹੈ। ਰੱਬ ਦੇਖਦਾ ਪਿਆ, ਰੱਬ ਕੋਲ ਹੀ ਹੈ। ਦੂਰ ਨਾਹੀ ਮੇਰੋ ਪ੍ਰਭ ਨਿਰ। ਉਹ ਪ੍ਰਮਾਤਮਾ ਬਿਲਕੁਲ ਕੋਲ ਹੈ, ਦੂਰ ਨਹੀਂ ਹੈ। ਉਹ ਇਸ ਗੱਲ ਨੂੰ ਸਮਝੇਗਾ। ਤੇ ਜਿਸ ਨੂੰ ਇਸ ਗੱਲ ਦੀ ਸਮਝ ਪੈ ਗਈ, ਉਹ ਡਰੇਗਾ ਕਿਸੇ ਕੋਲੋਂ ਨਹੀਂ, ਡਰਾਵੇਗਾ ਕਿਸੇ ਨੂੰ ਨਹੀਂ। ਕਬੀਰ ਸਾਹਿਬ ਦੇ ਉੱਤੇ ਉਹਨਾਂ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਗਈ
ਤੇ ਕਬੀਰ ਸਾਹਿਬ ਨੇ ਫਿਰ ਬਚਨ ਕਹਿ ਦਿੱਤਾ, ਕਹਿੰਦੇ ਮਨ ਨਾ ਡਿਗੈ ਤਨ ਕਾਹੇ ਕਉ ਡਰਾਏ, ਚਰਨ ਕਮਲ ਚਿਤ ਰਹਿਓ ਸਮਾਏ। ਬੜੀ ਕੋਸ਼ਿਸ਼ ਕੀਤੀ ਕਿ ਕਬੀਰ ਡਰ ਜਾਏ। ਕਬੀਰ ਕਹਿਣ ਲੱਗੇ ਮੇਰਾ ਮਨ ਟਿਕਿਆ ਹੋਇਆ, ਜਦੋਂ ਮੇਰਾ ਮਨ ਹੀ ਨਹੀਂ ਡੋਲਦਾ ਤੁਸੀਂ ਸਰੀਰ ਨੂੰ ਕਿਵੇਂ ਡਰਾ ਲਓਗੇ। ਸੀਸ ਦੇ ਉੱਤੇ ਨਾ ਆਰਾ ਰੱਖ ਕੇ ਚੀਰਨ ਦੀ ਸਜ਼ਾ ਸੁਣਾ ਦਿੱਤੀ ਗਈ ਕਿ ਸਰੀਰ ਦੇ 2 ਟੁਕੜੇ ਕਰ ਦਿਓ। ਲੱਗਿਆ ਕਿ ਸ਼ਾਇਦ ਸਜ਼ਾ ਸੁਣ ਕੇ ਇਹ ਸਿੱਖ ਡਰ ਜਾਏਗਾ। ਜਦੋਂ ਸਿੱਖ ਦੇ ਕੋਲ ਆਣ ਕੇ ਉਹਦੀ ਆਖਰੀ ਇੱਛਾ ਪੁੱਛੀ ਨਾ, ਦੱਸ ਤੇਰੀ ਆਖਰੀ ਇੱਛਾ ਕੀ ਹੈ, ਤੇ ਕਹਿਣ ਲੱਗੇ ਜਦੋਂ ਮੇਰੇ ਸੀਸ ਦੇ ਉੱਤੇ ਆਰਾ ਚੱਲੇ, ਮੇਰੇ ਸਾਹਮਣੇ ਮੇਰਾ ਗੁਰੂ ਹੋਵੇ, ਮੇਰਾ ਮੁੱਖ ਮੇਰੇ ਗੁਰੂ ਵੱਲ ਹੋਵੇ। ਉਹਨਾਂ ਸੋਚਿਆ ਸੀ ਸ਼ਾਇਦ ਆਖਰੀ ਇੱਛਾ ਦੇ ਵਿੱਚ ਇਹ ਮੰਗ ਲਏਗਾ ਕਿ ਮੈਨੂੰ ਬਖਸ਼ ਦਿੱਤਾ ਜਾਏ, ਡਰ ਜਾਏਗਾ। ਪਰ ਉਹ ਸਿੱਖ ਡਰਿਆ ਨਹੀਂ, ਕਹਿਣ ਲੱਗਾ ਜਦੋਂ ਤੁਸੀਂ ਆਰਾ ਚਲਾਉਣਾ ਸਟਾਰਟ ਕਰੋ, ਮੇਰਾ ਮੁੱਖ ਮੇਰੇ ਗੁਰੂ ਵੱਲ ਹੋਵੇ। ਨਹਿ ਭੈ ਮਾਨਤ ਆਣ, ਜਿਹਦੇ ਅੰਦਰ ਨਿਰੰਕਾਰ ਦਾ ਡਰ ਪੈਦਾ ਹੋ ਗਿਆ ਨਾ ਜੀ, ਜਿਹਨੇ ਆਪਣੀ ਜ਼ਿੰਦਗੀ ਉਸ ਨਿਰੰਕਾਰ ਪ੍ਰਮਾਤਮਾ ਦੇ ਅਦਬ ਦੇ ਵਿੱਚ ਜੀਵਨੀ ਸਟਾਰਟ ਕਰ ਦਿੱਤੀ। ਸਤਿਗੁਰੂ ਜੀ ਕਹਿੰਦੇ ਨਾ ਤਾਂ ਉਹ ਕਿਸੇ ਕੋਲੋਂ ਡਰਦਾ ਹੈ ਤੇ ਨਾ ਹੀ ਕਿਸੇ ਨੂੰ ਡਰਾਉਂਦਾ ਹੈ। ਗੁਰੂ ਨਾਨਕ ਸਾਹਿਬ ਐਮਨਾਬਾਦ ਦੀ ਧਰਤੀ ਹੈ, ਬਾਬਰ ਦਾ ਪਹਿਲਾ ਹਮਲਾ ਹਿੰਦੁਸਤਾਨ ਦੇ ਉੱਤੇ, ਲੋਕ ਡਰਦੇ ਪਏ ਨੇ ਬਾਬਰ ਦੇ ਕੋਲੋਂ, ਤੇ ਗੁਰੂ ਨਾਨਕ ਸਾਹਿਬ ਬਾਬਰ ਦੇ ਸਾਹਮਣੇ ਖੜੇ ਹੋ ਕੇ ਕਹਿੰਦੇ ਪਏ ਨੇ, ਕਹਿੰਦੇ ਬਾਬਰ ਤੂੰ ਜਾਬਰ ਹੈ। ਕਿਉਂ ਕਹਿ ਦਿੱਤਾ? ਕਿਉਂਕਿ ਬਾਬੇ ਨਾਨਕ ਦੇ ਅੰਦਰ ਕਿਸੇ ਇਨਸਾਨ ਦਾ, ਕਿਸੇ ਬਾਬਰ ਦਾ ਡਰ ਨਹੀਂ। ਬਾਬੇ ਨਾਨਕ ਦੇ ਅੰਦਰ ਉਸ ਨਿਰੰਕਾਰ ਦਾ ਡਰ ਵਸਦਾ ਸੀ। ਬਾਬੇ ਨਾਨਕ ਦੇ ਅੰਦਰ ਉਸ ਨਿਰੰਕਾਰ ਦਾ ਵਾਸਾ ਸੀ ਜਿਹੜਾ ਡਰਦਾ ਹੀ ਕਿਸੇ ਕੋਲੋਂ ਨਹੀਂ। ਗੁਰੂ ਅੰਗਦ ਸਾਹਿਬ ਮਹਾਰਾਜ ਸ਼ੇਰ ਸ਼ਾਹ ਸੂਰੀ ਦੇ ਕੋਲੋਂ ਹਮਾਜੂ ਹਾਰ ਕੇ ਖਡੂਰ ਸਾਹਿਬ ਦੀ ਧਰਤੀ ਤੇ ਆਉਂਦਾ ਹੈ ਗੁਰੂ ਅੰਗਦ ਸਾਹਿਬ ਨੂੰ ਮਿਲਣ। ਗੁਰੂ ਅੰਗਦ ਸਾਹਿਬ ਖੇਡ ਰਹੇ ਨੇ ਬੱਚਿਆਂ ਦੇ ਨਾਲ, ਤੇ ਜਦੋਂ ਉਹਨੇ ਕੁਝ ਸਮਾਂ ਰੁਕਦਾ ਹੈ, ਖਲੋਂਦਾ ਹੈ, ਦੇਖਦਾ ਹੈ ਕਿ ਸ਼ਾਇਦ ਹੁਣ ਮੇਰੇ ਵੱਲ ਦੇਖਣਗੇ। ਜਦੋਂ ਸਤਿਗੁਰੂ ਜੀ ਉਹਦੇ ਵੱਲ ਧਿਆਨ ਹੀ ਨਹੀਂ ਕਰਦੇ ਤੇ ਉਹ ਆਪਣੀ ਇਨਸਲਟ ਸਮਝ ਕੇ ਮਿਆਨ ਦੇ ਵਿੱਚੋਂ ਕਿਰਪਾਨ ਕੱਢਣ ਲੱਗਦਾ, ਤਲਵਾਰ ਕੱਢਣ ਲੱਗਦਾ, ਸਵੋਰਡ ਕੱਢਣ ਲੱਗਦਾ ਹੈ। ਤੇ ਗੁਰੂ ਅੰਗਦ ਸਾਹਿਬ ਮਹਾਰਾਜ ਕਹਿੰਦੇ ਬੜੀ ਨਿਡਰਤਾ ਦੇ ਨਾਲ, ਕਹਿੰਦੇ ਜਿੱਥੇ ਇਹ ਚੱਲਣੀ ਚਾਹੀਦੀ ਸੀ ਉੱਥੋਂ ਤਾਂ ਤੂੰ ਦੌੜ ਕੇ ਆ ਗਿਆ, ਹੁਣ ਸਾਡੇ ਉੱਤੇ ਚਲਾਉਣ ਦਾ ਕੀ ਫਾਇਦਾ। ਡਰੇ ਨਹੀਂ। ਕਿਉਂ ਨਹੀਂ ਡਰੇ? ਕਿਉਂਕਿ ਬਾਬੇ ਅੰਗਦ, ਗੁਰੂ ਅੰਗਦ ਸਾਹਿਬ ਦੇ ਅੰਦਰ ਉਹ ਨਿਰਭਉ ਪ੍ਰਮਾਤਮਾ ਵਸਦਾ ਹੈ ਜਿਸ ਨੂੰ ਡਰ ਕੋਈ ਨਹੀਂ ਦੁਨੀਆ ਦਾ। ਸਾਧ ਸੰਗਤ, ਗੁਰੂ ਤੇਗ ਬਹਾਦਰ ਮਹਾਰਾਜ ਇਹੀ ਗੱਲ ਸਾਨੂੰ ਸਮਝਾਉਂਦੇ ਪਏ ਨੇ। ਕਹਿੰਦੇ ਡਰਨਾ ਕਿਸੇ ਕੋਲੋਂ ਨਹੀਂ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਹਿ ਦਿੱਤਾ, ਕਹਿੰਦੇ ਜੀ ਡਰਨ ਦੀ ਲੋੜ ਹੀ ਕੋਈ ਨਹੀਂ, ਡਰਿਓ ਸਿਰਫ ਉਸ ਪ੍ਰਮਾਤਮਾ ਦੇ ਕੋਲੋਂ, ਉਸ ਤੋਂ ਇਲਾਵਾ ਡਰ ਕਿਸੇ ਦਾ ਨਹੀਂ। ਗੁਰੂ ਤੇਗ ਬਹਾਦਰ ਮਹਾਰਾਜ ਵਾਰ-ਵਾਰ ਸਾਨੂੰ ਪੁਕਾਰ ਕੇ ਕਹਿੰਦੇ ਪਏ ਨੇ, ਕਹਿੰਦੇ ਭੈ ਕਾਹੂ ਕਉ ਦੇਤ ਨਹਿ, ਰੱਬ ਦੇ ਨਾਲ ਤੂੰ ਜੁੜ, ਉਸ ਨਿਰੰਕਾਰ ਦੇ ਨਾਲ ਜੁੜ। ਜਦੋਂ ਨਿਰੰਕਾਰ ਦੇ ਨਾਲ ਜੁੜੇਗਾ ਹੋਏਗਾ ਕਿ ਨਿਰਭਉ ਜਪੈ ਸਗਲ ਭਉ ਮਿਟੈ। ਦੁਨੀਆ ਦੇ ਜਿੰਨੇ ਵੀ ਡਰ ਨੇ ਨਾ ਸਾਰੇ ਹੀ ਖਤਮ ਹੋ ਜਾਣਗੇ ਜੇਕਰ ਉਸ ਨਿਰਭਉ ਦਾ ਮਤਲਬ ਹੈ ਜੀ ਫੀਅਰਲੈਸ, ਉਹ ਪ੍ਰਮਾਤਮਾ, ਉਹ ਗੁਰੂ ਜਿਸ ਨੂੰ ਡਰ ਕੋਈ ਨਹੀਂ, ਜਦੋਂ ਉਹਨੂੰ ਜਪਿਆ ਜਾਏਗਾ, ਉਹਦੀ ਯਾਦ ਵਿੱਚ ਜੁੜਿਆ ਜਾਏਗਾ, ਡਰ ਸਾਰੇ ਖਤਮ ਹੋ ਜਾਣਗੇ। ਤੇ ਜਿਹਦੇ ਅੰਦਰੋਂ ਡਰ ਖਤਮ ਹੋ ਗਿਆ ਉਹ ਡਰਾਉਂਦਾ ਕਿਸੇ ਨੂੰ ਨਹੀਂ ਜੇ, ਉਹ ਦਾਬੇ ਨਹੀਂ ਜੇ ਮਾਰਦਾ। ਅੱਜ ਤੇ 4 ਪੈਸੇ ਜਿਹਦੇ ਕੋਲ ਆ ਜਾਣ ਉਹ ਆਪਣੇ ਆਪ ਨੂੰ ਪਤਾ ਨਹੀਂ ਕੀ ਸਮਝਣ ਲੱਗ ਪੈਂਦਾ, ਡਰਾਉਣ ਲੱਗ ਪੈਂਦਾ, ਦੂਜਿਆਂ ਨੂੰ ਗਰੀਬਾਂ ਦੇ ਉੱਤੇ ਧੱਕਾ ਕਰਨ ਲੱਗ ਪੈਂਦਾ ਹੈ। ਜਿਹਦੇ ਕੋਲ ਪਾਵਰ ਆਈ ਉਹ ਉਸ ਪਾਵਰ ਦੀ ਗਲਤ ਵਰਤੋਂ ਕਰਕੇ, ਜਿਹੜੇ ਪਾਵਰਲੈਸ, ਜਿਨ੍ਹਾਂ ਦੇ ਕੋਲ ਤਾਕਤ ਕੋਈ ਨਹੀਂ, ਉਹਨਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰਦਾ ਹੈ। ਪਰ ਜਿਹੜਾ ਰੱਬ ਦੇ ਨਾਲ ਜੁੜ ਗਿਆ ਉਹ ਡਰਦਾ ਤਾਂ ਕਿਸੇ ਨੂੰ ਨਹੀਂ, ਕਿਸੇ ਕੋਲੋਂ ਨਹੀਂ, ਪਰ ਜੇਕਰ ਕੋਈ ਉਸ ਨੂੰ ਡਰਾਉਣ ਦੀ ਕੋਸ਼ਿਸ਼ ਕਰੇ ਜਾਂ ਕਿਸੇ ਹੋਰ ਨੂੰ ਡਰਾਉਣ ਦੀ ਕੋਸ਼ਿਸ਼ ਕਰੇ ਤੇ ਉਹ ਉਹਦੇ ਸਾਹਮਣੇ ਖੜਾ ਹੋ ਕੇ ਉਹਦਾ ਮੁਕਾਬਲਾ ਜ਼ਰੂਰ ਕਰਦਾ ਜੇ। ਨਾ ਡਰਦਾ ਹੈ ਤੇ ਨਾ ਹੀ ਡਰਾਉਂਦਾ ਹੈ। ਉਹ ਆਪਣੀ ਜ਼ਿੰਦਗੀ ਇੱਕ ਨਿਰੰਕਾਰ ਦੇ ਆਸਰੇ ਤੇ ਬੜੇ ਸੰਜਮ ਦੇ ਨਾਲ ਬਤੀਤ ਕਰਦਾ ਹੈ। ਤੇ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਜਿਸ ਨੂੰ ਇਸ ਗੱਲ ਦੀ ਸਮਝ ਪੈ ਗਈ ਅਸਲ ਦੇ ਵਿੱਚ ਉਹੀ ਗਿਆਨੀ ਹੈ। ਉਸੇ ਨੂੰ ਗਿਆਨੀ ਕਿਹਾ ਜਾਂਦਾ ਹੈ ਜਿਹੜਾ ਡਰੇ ਕਿਸੇ ਕੋਲੋਂ ਨਾ, ਜਿਹਦੇ ਅੰਦਰੋਂ ਮੌਤ ਦਾ ਡਰ ਖਤਮ ਹੋ ਗਿਆ, ਜਿਹਦੇ ਅੰਦਰੋਂ ਸੰਸਾਰ ਦਾ ਡਰ ਖਤਮ ਹੋ ਗਿਆ, ਜਿਸ ਨੇ ਆਪਣੇ ਜੀਵਨ ਦਾ ਆਧਾਰ ਕੇਵਲ ਪਰਮਾਤਮਾ ਦੇ ਭੈ ਨੂੰ, ਪਰਮਾਤਮਾ ਦੇ ਅਦਬ ਨੂੰ ਬਣਾ ਲਿਆ। ਸਤਿਗੁਰੂ ਜੀ ਕਹਿੰਦੇ ਉਹ ਇਨਸਾਨ ਗਿਆਨੀ ਹੈ। ਉਸੇ ਨੂੰ ਗੁਰੂ ਤੇਗ ਬਹਾਦਰ ਮਹਾਰਾਜ ਗਿਆਨੀ ਮੰਨਦੇ ਨੇ। ਭੈ ਕਾਹੂ ਕਉ ਦੇਤ ਨਹਿ, ਨਹਿ ਭੈ ਮਾਨਤ ਆਨ, ਕਹੋ ਨਾਨਕ ਸੁਨ ਰੇ ਮਨਾ, ਗਿਆਨੀ ਤਾਹੇ ਬਖਾਨ। ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਇਸ ਪਾਵਨ ਸਲੋਕ ਨੂੰ ਕਿਤੇ ਆਪਾਂ ਸਮਝ ਕੇ ਆਪਣੇ ਹਿਰਦੇ ਵਿੱਚ ਵਸਾ ਸਕੀਏ। ਸੰਸਾਰ ਦੇ ਡਰ ਦਾ ਤਿਆਗ ਕਰਕੇ ਨਿਰੰਕਾਰ ਦੇ ਡਰ ਦੇ ਵਿੱਚ ਜ਼ਿੰਦਗੀ ਬਤੀਤ ਕਰਨਾ ਸਟਾਰਟ ਕਰੀਏ।
ਇੱਕ ਰੱਬ ਦੇ ਨਾਲ ਜੁੜੀਏ, ਤਾਂ ਕਿ ਸਾਡੇ ਅੰਦਰੋਂ ਸੰਸਾਰ ਦੇ ਡਰ ਖਤਮ ਹੋ ਸਕਣ, ਨਿਰੰਕਾਰ ਦਾ ਡਰ ਅੰਦਰ ਸਾਡੇ ਵਸ ਸਕੇ ਜੀ। ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ, ਗੁਰੂ ਅਤੇ ਸੰਗਤ ਬਖਸ਼ਣ ਯੋਗ ਹੈ ਬਖਸ਼ ਲੈਣਾ ਜੀ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।